ਸਾਰੇ ਬਰਨਾਲਾ ਵਾਸੀਆਂ ਨੂੰ ਇੱਕ ਸਤਿ ਸ਼੍ਰੀ ਅਕਾਲ। ਅੱਜ ਫਿਰ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋਏ ਹੈ। ਪਿਛਲੇ ਕੁਝ ਸਮਾਂ ਤੋਂ ਅਸੀਂ ਤੁਹਾਡੇ ਸਾਹਮਣੇ ਨਹੀਂ ਪੇਸ਼ ਹੋਏ ਕਿਉਂਕਿ ਸਾਨੂੰ ਕੁਝ ਕੰਮ ਆ ਗਿਆ ਤਾਂ ਪਰਾਲੀ ਦਾ ਕੰਮ ਹੋ ਗਿਆ, ਹੋਰ ਵੀ ਕੋਰੋਨਾ ਵਾਇਰਸ ਦੇ ਕੰਮ ਆ ਗਏ, ਤਾਂ ਕਰਕੇ ਤੁਹਾਡੇ ਤੋਂ ਗੱਲਬਾਤ ਨਹੀਂ ਕਰ ਪਾਏ। ਅੱਜ ਸਾਡੇ ਨਾਲ ਨਵੇਂ ਸਿਵਲ ਸਰਜਨ ਨੇ ਵੀ ਜੁਆਇਨ ਕੀਤਾ ਲੇਕਿਨ ਕਿਸੇ ਕਾਰਨ ਵਸ ਉਹ ਜੁਆਇਨ ਨਹੀਂ ਕਰ ਪਾਏ। ਸਾਡੇ ਡੀਪੀਐਮ ਸਾਡੇ ਨਾਲ ਹੈ, ਡੀਸੀ ਸਰ ਸਾਡੇ ਨਾਲ ਹੈ। ਤੋ ਅੱਜ ਜਿਹੜੇ ਤੁਹਾਡੇ ਸਵਾਲ ਹੈ ਉਹਦਾ ਜਵਾਬ ਦੇंगे। ਹੁਣ ਜਿਹੜਾ ਕੋਰੋਨਾ ਵਾਇਰਸ ਦੇ ਕੇਸਿਸ ਘਟ ਰਹੇ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇंगे। ਹੁਣ ਮੈਂ ਡੀਸੀ ਸਰ ਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਹਾਨੂੰ ਕਰੰਟ ਸਿਚੁਏਸ਼ਨ ਬਾਰੇ ਦੱਸਣਗੇ। ਸਰ ਬਰਨਾਲਾ ਵਾਸੀਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਬਰਨਾਲਾ ਜੋ ਹੁਣ ਕਰੋਨਾ ਸੰਬੰਧੀ ਜੋ ਸਥਿਤੀ ਹੈ ਉਸ ਸੰਬੰਧੀ ਮੈਂ ਦੱਸਣਾ ਚਾਹਾਂਗਾ ਕਿ ਹੁਣ ਤੱਕ 2019 ਪੋਜ਼ੀਟਿਵ ਕੇਸ ਹੋਏ ਹਨ, ਜਿਨ੍ਹਾਂ ਚੋਂ ਹੁਣ ਇਸ ਵੇਲੇ ਜਿਹੜੇ ਸਾਡੇ 49 ਜਿਹੜੀਆਂ ਡੈਥਸ ਹੋਈਆਂ ਹਨ। ਸੋ ਜਿਹੜੇ ਕਿਉਰ ਹੋਏ ਹਨ ਉਹ ਹੈ 1767 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਅੱਜ ਦੀ ਜੋ ਸਥਿਤੀ ਹੈ ਉਸ ਵਿੱਚ 6 ਪੋਜ਼ੀਟਿਵ ਕੇਸ ਆਏ ਹਨ ਅਤੇ ਹੋਮ ਆਈਸੋਲੇਸ਼ਨ ਵਿੱਚ ਸਾਡੇ ਕੋਲ 117 ਪੇਸ਼ੈਂਟਸ ਹਨ ਜਿਹੜੇ ਕਿ ਆਪਣੇ ਘਰ ਵਿੱਚ ਹੀ ਰਹਿ ਰਹੇ ਹਨ। ਇਹਨਾਂ ਚੋਂ 5 ਜੇਲ੍ਹ ਇਨਮੇਟਸ ਹਨ ਅਤੇ ਬਾਕੀ ਸਾਡੀਆਂ ਜਿਹੜੀਆਂ ਜੋ ਫੈਸਿਲਿਟੀ ਹੈ ਸੋਹਲਪੱਤੀ ਵਿੱਚ 4 ਪੇਸ਼ੈਂਟਸ ਹੋਤੇ ਹਨ। ਮੈਂ ਇਸ ਬਾਰੇ ਆਪਣੀ ਕਈ ਵਾਰੀ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ। ਹੁਣ ਇਹ ਹੈ ਕਿ ਇਹ ਜ਼ਰੂਰ ਹੈ ਕਿ ਸਾਰੇ ਪੰਜਾਬ ਵਿੱਚ ਜਿਹੜੇ ਕਰੋਨਾ ਦੇ ਕੇਸ ਹੁਣ ਘਟ ਰਹੇ ਹਨ। ਬਰਨਾਲਾ ਵਿੱਚ ਵੀ ਹੁਣ ਦੇਖਣ ਵਿੱਚ ਆਇਆ ਕਿ ਪਿਛਲੇ 10 ਦਿਨਾਂ ਤੋਂ ਸਾਡੇ ਕੇਸ ਲਗਭਗ ਕਾਫੀ ਹੱਦ ਤੱਕ ਨੀਚੇ ਆ ਗਏ ਹਨ, ਜੋ ਕਿ 10 ਦੇ ਕਰੀਬ ਜੋ ਸਾਡਾ ਐਵਰੇਜ ਜੋ ਆ ਰਿਹਾ ਹੈਗਾ। ਪਰ ਮੈਂ ਸਾਰੇ ਬਰਨਾਲਾ ਵਾਸੀਆਂ ਨੂੰ ਇੱਕ ਸੁਚੇਤ ਕਰਨਾ ਚਾਹੂੰਗਾ ਕਿ ਜਿੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਪਰ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਹੁਣ ਫੈਸਟੀਵਲ ਦਾ ਸੀਜ਼ਨ ਆ ਰਿਹਾ ਹੈ ਜਿੱਥੇ ਦੁਸਹਿਰਾ, ਦੀਵਾਲੀ ਸਾਰੇ ਫੈਸਟੀਵਲਸ ਹੋਣਗੇ, ਜਿਸ ਵਿੱਚ ਲੋਕ ਆਪਣੇ ਮਾਰਕੀਟਸ ਜਾਣਗੇ, ਆਪਸ 'ਚ ਮੇਲ ਜੋਲ ਕਰਨਗੇ। ਇਸ ਤੋਂ ਇਲਾਵਾ ਜਿਹੜਾ ਹੁਣ ਪਰਾਲੀ ਦਾ ਵੀ ਸੀਜ਼ਨ ਆ ਰਿਹਾ ਹੈ ਕਿ ਜਦੋਂ ਹੁਣ ਵਾਢੀ ਹੋਵੇਗੀ ਝੋਨੇ ਦੀ, ਉਦੋਂ ਹੋ ਸਕਦਾ ਹੈ ਕਿ ਕੁਝ ਕਿਸਾਨ ਆਪਣੀ ਪਰਾਲੀ ਨੂੰ ਵੀ ਅੱਗ ਲਾਉਣ। ਪਰ ਇਹ ਖਾਸ ਕਰਕੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਹੜੀ ਆਪਣੀ ਪਰਾਲੀ ਹੈ ਉਹ ਜੇ ਅਸੀਂ ਪਰਾਲੀ ਨੂੰ ਸਾੜਾਂਗੇ ਤਾਂ ਇਹਦਾ ਜਿਹੜਾ ਇਫੈਕਟ ਹੈ 10 ਗੁਣਾ ਹੋਵੇਗਾ ਘੱਟੋ ਘੱਟ, ਕਿਉਂਕਿ ਕਰੋਨਾ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਸਾਹ ਲੈਣ ਦੀ ਆਉਂਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਧੂੰਆਂ ਹੋਵੇਗਾ ਕਿ ਸਾਹ ਲੈਣ ਦੀ ਦਿੱਕਤ ਹੋਰ ਵੀ ਵਧੇਗੀ। ਪਿਛਲੇ ਸਾਲ ਵੀ ਜਦੋਂ ਕਰੋਨਾ ਨਹੀਂ ਸੀ ਤਾਂ ਉਦੋਂ ਵੀ ਓਵਰ 2 ਲੱਖ ਵਿਅਕਤੀਆਂ ਦੀ ਜਾਨ ਗਈ ਸੀ ਸਾਰੇ ਹਿੰਦੁਸਤਾਨ ਵਿੱਚ, ਸਿਰਫ ਆ ਧੂੰਆਂ ਕਰਕੇ। ਤਾਂ ਹੁਣ ਤੱਕ ਕਰੋਨਾ ਵੀ ਚੱਲ ਰਿਹਾ। ਸੋ ਅਸੀਂ ਇਸ ਸੰਬੰਧੀ ਬਹੁਤ ਪ੍ਰਚਾਰ ਵੀ ਕੀਤਾ ਹੈ, ਪਿੰਡਾਂ ਜਾ ਕੇ ਆਪਣੇ ਕਿਸਾਨ ਵੀਰਾਂ ਨੂੰ ਵੀ ਮਿਲੇ ਹੈ। ਹੁਣ ਵੱਖ ਕਿਸਮ ਦੀਆਂ ਮਸ਼ੀਨਰੀ ਆ ਚੁੱਕੀਆਂ ਜਿਸ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ। ਪਰਾਲੀ ਨੂੰ ਜ਼ਮੀਨ ਵਿੱਚ ਹੀ ਵਾਹ ਕੇ ਉਹਦੀ ਸਗੋਂ ਵਧੀਆ ਖਾਦ ਬਣ ਸਕਦੀ ਹੈ, ਉਹਦਾ ਝਾੜ ਵੀ ਚੰਗਾ ਨਿਕਲਦਾ ਹੈ। ਸੋ ਇਹ ਸਾਰੇ ਸਾਡੀ ਜਿਹੜੀ ਇਨਵਾਇਰਮੈਂਟ ਲਈ ਹੈ ਸਾਰਾ ਹੀ ਫਾਇਦੇਮੰਦ ਹੋਵੇਗਾ ਕਿ ਅਸੀਂ ਬਿਲਕੁਲ ਪਰਾਲੀ ਨੂੰ ਅੱਗ ਨਾ ਲਾਈਏ। ਇਸ ਸੰਬੰਧੀ ਹੁਣ ਕੋਈ ਤੁਹਾਡੇ ਕੁਐਸਚਨ ਵੀ ਆਏ ਹਨ ਜੋ ਕਿ ਏਡੀ ਸਾਹਿਬ ਉਹਨਾਂ ਦੇ ਤੁਹਾਨੂੰ ਉਸ ਸੰਬੰਧੀ ਜਵਾਬ ਦੇਣਗੇ। ਤੋ ਏਡੀ ਸਾਹਿਬ ਤੁਸੀਂ ਦੱਸੋ। ਜਿਹੜਾ ਸਾਡਾ ਲਾਸਟ ਫੇਸਬੁੱਕ ਲਾਈਵ ਸੈਸ਼ਨ ਸੀਗਾ ਉਹਦੇ ਵਿੱਚ ਤੁਸੀਂ ਕੁਝ ਸਵਾਲ ਪੁੱਛੇ ਸੀਗੇ, ਤਾਂ ਉਹਦੇ ਬਾਰੇ ਮੈਂ ਇੱਕ ਕਰਕੇ ਜਵਾਬ ਦੂੰਗਾ। ਇੱਕ ਸਵਾਲ ਪੁੱਛਾ ਹੈ ਕਿ ਸਰਕਾਰੀ ਸਕੂਲ ਜੋ ਖੁੱਲ੍ਹੇ ਹਨ ਉੱਥੇ ਕੀ ਇਹਤਿਆਤ ਵਰਤੀ ਜਾ ਰਹੀ ਹੈ। ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂँਗਾ ਜਿਹੜੇ ਸਕੂਲ ਖੁੱਲ੍ਹੇ ਹੈ ਉਹ 9ਵੀਂ से 12ਵੀਂ तक के खुले हैं। और दूजी गल उत्थे अटेंडेंस मैंडेटरी नहीं है, कंपलसरी नहीं है। जेकर बच्चे जाना चाहते हैं उन्होंने पेरेंट्स भेजना चाहते हैं तो पेरेंट्स अंडरटेकिंग देंगे ਤਾਂ ਹੀ ਬੱਚਾ ਸਕੂਲ ਜਾਊਗਾ। उसके बाद असी की एहतियात बरते हैं उत्थे असी ਜਿਹੜੇ ਬੱਚੇ ਉੱਧਰ ਜਾਂਦੇ हैं ਸਭ ਨੂੰ ਮਾਸਕ ਦਿੰਦੇ हैं, ਉਹਨਾਂ ਦਾ डेली सैनिटाइजर लाए गए उत्थे।
ਉਹਨਾਂ ਦੀ ਪ੍ਰੋਪਰ ਹੈਲਥ ਟੀਮ ਮੋਨੀਟਰਿੰਗ ਵੀ ਕਰਦੀ ਹੈ। ਅਸੀਂ ਸਾਡੀ ਟੀਮ ਵੀ ਭੇਜ ਰਹੇ ਔਰ ਸਕੂਲੋਂ ਦਾ ਇੱਕ ਸ਼ਡਿਊਲ ਬਣਾਇਆ ਜਿੱਥੇ ਅਸੀਂ ਜਾ ਕੇ ਟੈਸਟ ਵੀ ਕਰਾਂਗੇ ਬੱਚਾ ਦਾ। ਜੇਕਰ ਕਿਸੇ ਨੂੰ ਕੋਈ ਸਿੰਪਟਮਸ ਹੋਤਾ ਹੈ ਤਾਂ ਪ੍ਰਿੰਸੀਪਲ ਨੂੰ ਕੋਵਿਡ ਮੋਨੀਟਰ ਵੀ ਲਾਇਆ ਗਿਆ ਹੈ। ਜੇਕਰ ਕੋਈ ਕਿਸੇ ਨੂੰ ਕੋਈ ਸਿੰਪਟਮਸ ਆਊਗਾ ਤਾਂ ਉਹ ਸਾਨੂੰ ਦੱਸਣਗੇ। ਇਸ ਤੋਂ ਇਲਾਵਾ ਜਿਹੜੇ ਕੋਰੋਨਾ ਦੇ ਹੋਰ ਵੀ ਗਾਈਡਲਾइंस ਹੈ, ਜਿਵੇਂ ਹੱਥ ਧੋਣਾ, ਮਾਸਕ ਲਾਣਾ, ਟਾਈਮਲੀ सोशल डिस्टेंस रखना, वो सारे एहतियात स्कूलों तो बरते जा रहे हैं। इसके बाद एक सवाल पूछा है कि मंडिया विच पिछली बार की तरह मास्क ਅਤੇ सैनिटाइजर की वरतों नज़र नहीं आ रही है। ये संबंधी इस बार कोई प्रबंध किए गए? ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਇਸ ਵਾਰੀ ਵੀ ਪਿਛਲੀ ਵਾਰ की तरह ਸਾਰੇ ਪ੍ਰਬੰਧ ਕੀਤੇ ਗਏ। ਅਸੀਂ ਉਹਨਾਂ ਨੂੰ ਮਾਸਕ ਵੰਡੇ, ਜਿਹੜੇ ਹੈ ਫੁੱਟ ਆਪਰੇਟਡ ਪੰਪ ਸੀਗੇ ਹੱਥ ਧੋਣ ਦੇ ਲਈ, ਉਹ ਉੱਥੇ ਲਾਏ ਗਏ। ਉਧਰ ਸੈਨੀਟਾਈਜ਼ਰ ਲਾਏ ਗਏ। ਸਾਰੇ ਆੜ੍ਹਤੀਆਂ ਨੇ ਆਪਣਾ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਲੇਬਰ ਉਹ ਲੈ ਕੇ ਆਣਗੇ ਉਹਨਾਂ ਦਾ ਉਹ ਟੈਸਟ ਕਰਾਣਗੇ। ਉਹਨਾਂ ਦਾ ਜਿਹੜਾ ਕੋਰੋਨਾ ਵਾਇਰਸ ਦਾ ਉਹਦੀ ਪੂਰਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਗਿਆ ਹੈ। ਅਸੀਂ ਪਿਛਲੀ ਵਾਰ ਦੀ ਤਰ੍ਹਾਂ ਪਾਸ ਸਿਸਟਮ ਬਣਾਇਆ ਗਿਆ ਹੈ ਕਿ ਜਿਹੜਾ ਮੰਡੀਆਂ में हर बार गलत आंदा सीगा वो नहीं रहे। पास सिस्टम के थ्रू सारे ज़मींदारों को पहले पता होता है कदों आना है कदों जाना है, तो वो पहले से पूरा एक प्री प्लान है। तो ये मंडियों में जिस तरह कट्टो कट भीड़ होवे ता करके ये सिस्टम बनाया गया है। जिधर थोनू लगता है नहीं इस तरह का कोई प्रबंध हो रहा है, तुसी सानू साडे फेसबुक पेज पे जाके लिख सकते हो कि इधर फॉलो नहीं हो रहा है। उधर फोटो खिंच के सानू दे सकते हो कि इधर पालना नहीं हो रहा, असी उहदे विच कार्रवाई करांगे। इस तो बाद कुछ मैडिकल रिलेटेड सवाल है जो मैं चाहूँगा कि साढ़े नाल DPM बैठे हैं वो उन्हों का जवाब देंगे। ਸਿਹਤ ਵਿਭਾਗ ਬਰਨਾਲਾ ਦੀ ਤਰਫੋਂ ਸਿਵਲ ਦਫ਼ਤਰ ਵੱਲੋਂ ਬਰਨਾਲਾ ਵਾਸੀਆਂ ਤੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਕਰੋਨਾ ਖਿਲਾਫ ਜਿਹੜੀ ਜੰਗ ਹੈਗੀ ਉਹ ਕਾਫੀ ਹੱਦ ਤੱਕ ਕੁਝ ਸਫਲ ਹੋਇਆ ਤੇ ਉਸੇ ਤੇ ਜਿੱਤ ਪ੍ਰਾਪਤ ਕਰ ਲਈ ਆ। ਫਿਰ ਵੀ ਅੱਗੇ ਸਾਨੂੰ ਕੁਝ ਇਤਿਹਾਤ ਵਰਤਣ ਦੀ ਲੋੜ ਆ, ਜੋ ਪਿੰਡ ਦੇ ਲੋਕਾਂ ਵਿੱਚ ਕਮਿਊਨਿਟੀ ਵਿੱਚ ਸੰਦੇਸ਼ ਜਾ ਰਿਹਾ ਵੀ ਜ਼ਿਆਦਾ ਅਸੀਂ ਇਹਦੇ ਵਿੱਚ ਸੋਸ਼ਲ ਡਿਸਟੈਂਸ ਰੱਖਣਾ ਗਾ, ਆਪਸ ਵਿੱਚ ਦੂਰੀ ਬਣਾ ਕੇ ਰੱਖਣੀਆਂ। ਭੀੜ ਵਾਲੀਆਂ ਥਾਵਾਂ 'ਤੇ ਜਾਂ ਜਿੱਥੇ ਕੋਈ ਇਸ ਤਰ੍ਹਾਂ ਦੀ ਰੂਲ ਫੋਲੋ ਨਹੀਂ ਹੋ ਰਹੇ DC ਦਫ਼ਤਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ, ਉੱਥੇ ਵੀ ਅਸੀਂ ਇਹਨਾਂ ਚੀਜ਼ਾਂ ਦਾ ਵਾਰ-ਵਾਰ ਹੱਥ ਧੋਣੇ, ਆਪਸ ਵਿੱਚ ਗੈਪ ਬਣਾ ਕੇ ਰੱਖਣਾ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਜਿਵੇਂ ਤਿਉਹਾਰਾਂ ਦੇ ਮੱਦੇਨਜ਼ਰ ਅਸੀਂ ਉਹਦੇ ਵਿੱਚ ਵੀ ਰੱਖਣਾ। ਕੁਛ ਕੁਐਸਚਨ ਜਿਹੜੇ ਲੋਕਾਂ ਦੇ ਵਿੱਚ ਪਾਏ ਜਾ ਰਹੇ ਜਿਨ੍ਹਾਂ ਬਾਰੇ ਉਹਨਾਂ 'ਚ ਪੂਰੀ ਕਲੈਰਿਟੀ ਨਾ ਹੋਣ ਕਰਕੇ ਕੁਛ ਮਿਥਸ ਜਿਹੜੀਆਂ ਬਣੀਆਂ ਹੋਈਆਂ ਨੇ। ਉਹਦੇ 'ਚ ਕੇਸ ਵੀ ਇੱਕ ਤਾਂ ਜਿਵੇਂ ਕਿ ਪ੍ਰੀਤੀ ਸ਼ਰਮਾ ਦਾ ਸਵਾਲ ਆ ਕਿ ਕਰੋਨਾ ਫਤਿਹ ਕਿੱਟ ਕਿਵੇਂ ਪ੍ਰਾਪਤ ਕੀਤੀ ਜਾ ਸਕੀ ਹੈ। ਵੈਸੇ ਤਾਂ ਅਸੀਂ ਪਿੰਡਾਂ ਦੇ ਵਿੱਚ ਸਬ ਸੈਂਟਰ ਤੋਂ ਲੈ ਕੇ PSC ਲੈਵਲ 'ਤੇ ਸਾਡੇ ਜਿਹੜੇ ਹੈਲਥ ਵਰਕਰ, ਆਸ਼ਾ ਅਤੇ ANM ਵੱਲੋਂ ਇਹ ਚੀਜ਼ਾਂ ਮੁਹੱਈਆ ਕਰਾਈਆਂ ਗਈਆਂ ਨੇ। ਪਰ ਜਿਹੜੀਆਂ ਹੁਣ ਸਰਕਾਰ ਵੱਲੋਂ ਫਤਿਹ ਕਿੱਟ ਪ੍ਰਾਪਤ ਕੀਤੀ ਗਈ ਇਹਦੇ ਵਿੱਚ ਕਾਫੀ ਪ੍ਰੀਕਾਸ਼ਨ ਨੂੰ ਲੈ ਕੇ ਇਹਦੇ ਵਿੱਚ ਜਿਸ ਤਰ੍ਹਾਂ ਪੈਰਾਸੀਟਾਮੋਲ, ਆਈਸੋਲੇਸ਼ਨ ਫੈਸਿਲਿਟੀ ਦੀ ਜਿੱਥੇ ਆਪਾਂ ਹੱਦ ਪਾਰ ਕਰਦੇ ਹਾਂ, ਜਾਂ ਸੈਨੀਟਾਈਜ਼ਰ, ਜ਼ਿੰਕ, ਵਿਟਾਮਿਨ C ਅਤੇ ਇਹਦੇ ਨਾਲ ਇੱਕ ਟੀਮਰ, ਪਲਸ ਆਕਸੀਮੀਟਰ, ਮਾਸਕ, ਮੈਡੀਸਿਨ, ਕਫ ਸੀਰਪ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਮੁਹੱਈਆ ਕਰਵਾਈਆਂ ਗਈਆਂ ਨੇ। ਜੇ ਕਿਸੇ ਨੇ ਇਹ ਕਿੱਟ ਪ੍ਰਾਪਤ ਕਰਨੀ ਹੋਵੇ ਤਾਂ ਸਾਡੇ ਬਰਨਾਲੇ ਵਿੱਚ 2 ਆਈਸੋਲੇਸ਼ਨ ਫੈਸਿਲਿਟੀਆਂ ਲੈਵਲ 2 'ਚ ਚੱਲ ਰਹੀਆਂ ਨੇ, ਇੱਕ ਸੋਹਲਪੱਤੀ ਬਰਨਾਲਾ ਵਿਖੇ, ਇੱਕ ਮਹਿਲ ਕਲਾਂ ਵਿਖੇ। ਸੋਹਲਪੱਤੀ ਜੋ ਇਹ ਕਿੱਟ ਜਿਹੜੀ ਹੈਗੀ ਉਹ ਪ੍ਰਾਪਤ ਕੀਤੀ ਜਾ ਸਕਦੀ ਆ, ਜਾਂ ਸਾਡੇ ਹੈਲਥ ਵਰਕਰ ਨੇ ਜਿਹੜੇ ਪਿੰਡਾਂ 'ਚ ਜਾ ਰਹੇ ਉਹਨਾਂ ਨਾਲ ਵੀ ਸੰਪਰਕ ਕਰਕੇ ਜੇ ਕਿਸੇ ਨੂੰ ਲੋੜ ਹੋਵੇ। ਹੁਣ ਤੱਕ ਅਸੀਂ ਇਸ ਜਿਹੜੇ ਫਤਿਹ ਕਿੱਟਾਂ ਦੀ ਸਪਲਾਈ ਸਾਨੂੰ ਆ ਰਹੀ ਹੈ ਸਟੇਟ ਤੋਂ 45 ਕਿੱਟਸ ਅਸੀਂ ਹੁਣ ਤੱਕ 'ਚ ਵੰਡ ਚੁੱਕੇ ਹਾਂਗੇ। ਜੇ ਹੋਰ ਵੀ ਕਿਸੇ ਨੂੰ ਤਾਂ ਉਹ ਸਾਡੇ ਸਿਵਲ ਸਰਜਨ ਦਫ਼ਤਰ ਵਿੱਚ ਸਾਡੇ ਨਾਲ 104 ਨੰਬਰ 'ਤੇ ਵੀ ਸਹਿਯੋਗ ਕਰ ਸਕਦੇ ਨੇ। ਦੂਸਰਾ ਸਵਾਲ ਜਿਹੜਾ ਗਾ ਕੋਵਿਡ-19 ਨੂੰ ਲੈ ਕੇ ਕਰੋਨਾ ਦੇ ਸੰਬੰਧ 'ਚ ਜੋ ਪਿੰਡਾਂ 'ਚ ਆਮ ਪੁੱਛਿਆ ਜਾਂਦਾ ਕਿ ਇਹ ਕਿੱਟਾਂ ਨੇ ਜਿਹੜੀਆਂ ਕਿੰਨੀਆਂ ਵੰਡੀਆਂ ਗਈਆਂ ਨੇ ਅਤੇ ਕਿੱਥੇ ਕਿੱਥੇ ਇਹਦੀ ਅਵੇਲੇਬਿਲਿਟੀ ਆ। ਸਾਡੇ ਜਿਹੜੇ ਚੀਫ ਫਾਰਮਾਸਿਸਟ ਨੇ ਸਟੋਰ ਦੇ ਵਿੱਚ ਤਪੇ, ਧਨੌਲੇ, ਮਹਿਲ ਕਲਾਂ, ਉੱਥੇ ਸੰਬੰਧਿਤ SMO ਜਿਹੜੇ ਸਾਡੇ ਸੀਨੀਅਰ ਮੈਡੀਕਲ ਅਫਸਰ ਨੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਸਾਡੇ ਸਿਵਲ ਸਰਜਨ ਦਫ਼ਤਰ ਵਿੱਚ ਜਿਹੜੀ IDSP ਬ੍ਰਾਂਚ ਹੈ ਜਿੱਥੇ ਕਿ ਐਪੀਡੀਮੋਲੋਜਿਸਟ ਬੈਠਦੇ ਨੇ, ਉੱਥੋਂ ਵੀ ਅਸੀਂ ਇਹਨਾਂ ਕਿੱਟਾਂ ਦੇ ਸੰਬੰਧ 'ਚ ਸਾਡੇ ਕੋਲ ਕੋਈ ਇਨਕੁਆਇਰੀ ਆਉਂਦੀ ਆ ਉੱਥੋਂ ਅਸੀਂ ਪ੍ਰਾਪਤ ਕਰ ਸਕਦੇ ਹੈਗੇ। ਦੂਸਰਾ ਜਿਵੇਂ DC ਸਾਹਿਬ ਨੇ ਅਤੇ AD ਸਾਹਿਬ ਨੇ ਦੱਸਿਆ ਕਿ ਅੱਗੇ ਇਸ ਤਰ੍ਹਾਂ ਪਰਾਲੀ ਦਾ ਸੀਜ਼ਨ ਆ ਰਿਹਾ ਹੈ, ਤਾਂ ਉਹਦੇ ਵਿੱਚ ਸਾਨੂੰ ਇਹ ਸਾਰੇ ਇਤਿਹਾਤ ਨੇ ਜਿਹੜੇ ਇਹ ਵਰਤਣ ਦੀ ਲੋੜ ਹੈਗੀ, ਕਿਉਂਕਿ ਬਚਾਓ ਦੇ ਵਿੱਚ ਹੀ ਬਚਾਓ ਹੈਗਾ। ਅਤੇ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਹੁਣ ਇਹ ਜਿਹੜੀ ਜੰਗ ਹੈਗੀ ਕਾਫੀ ਹੱਦ ਤੱਕ ਇਹਦੇ 'ਤੇ ਕਵਰ ਕਰ ਚੁੱਕੇ ਹਾਂਗੇ। ਅਤੇ ਦੂਸਰੀ ਗੱਲ ਜਿਹੜੀ ਟੈਸਟਿੰਗ ਦੀ, ਜਿਹਦੇ 'ਚ ਲੋਕਾਂ 'ਚ ਥੋੜ੍ਹਾ ਡਰ ਪਾਇਆ ਜਾਂਦਾ ਸੀ, ਬਿਲਕੁਲ ਸਿੰਪਲ ਅਤੇ ਸਾਦਾ ਜਿਹੜਾ ਇਹਦਾ ਹੈਗਾ। ਸਾਡੀਆਂ ਟੀਮਾਂ 6 ਸਾਡੇ ਸੈਂਟਰ ਬਣੇ ਹੋਏ ਨੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ। ਉਹਦੇ 'ਚ ਸਾਡੇ ਜਿਹੜੇ ਵਰਕਰ ਨੇ, ਆਸ਼ਾ, ANM ਸਟਾਫ, ਨਰਸ, CHO, ਉਹਨਾਂ ਸੈਂਟਰਾਂ ਸਾਡੇ ਜਿਹੜੇ ਵਲੰਟੀਅਰ ਜਾ ਕੇ ਉਹ ਟੈਸਟ ਅਸੀਂ ਈਜ਼ੀਲੀ 2 ਮਿੰਟ ਦਾ ਉਹਦਾ ਸਾਰਾ ਪ੍ਰੋਸੈਸ ਹੈਗਾ, ਉਹ ਟੀਮਾਂ ਕੋਲ ਵਲੰਟਰੀ ਪਹੁੰਚ ਕਰਕੇ ਉਹ ਅਸੀਂ ਬਿਨਾਂ ਕਿਸੇ ਝਿਜਕ ਤੋਂ ਆਪਣਾ ਟੈਸਟ ਕਰਵਾ ਕੇ, ਜੇ ਕਿਸੇ ਨੂੰ ਲੱਗਦਾ ਕਿ ਉਹ ਲਗਾਤਾਰ ਬੁਖਾਰ ਆ ਰਿਹਾ, ਖਾਂਸੀ ਆ ਰਹੀ ਆ, ਭੁੱਖ ਨਹੀਂ ਲੱਗ ਰਹੀ, ਜਾਂ ਕੋਈ ਹੋਰ ਇਸ ਤਰ੍ਹਾਂ ਦਾ ਉਹਦਾ ਭਾਰ ਲੋਸ ਹੋ ਰਿਹਾ, ਤਾਂ ਉਹ ਆਪਣਾ ਬਾਕੀ ਜਿਹੜੀ ਵਾਇਰਲ ਫਲੂ ਅੱਜ ਕੱਲ੍ਹ ਹੋ ਜਾਂਦਾ ਮੌਸਮ ਚੇਂਜ ਹੋਣ ਨਾਲ, ਉਹਦੇ ਨਾਲ ਸਾਨੂੰ ਟੈਸਟ ਕਰਾਉਣ ਨਾਲ ਸਾਡਾ ਸ਼ੱਕ ਦੂਰ ਹੋ ਜਾਂਦਾ, ਤਾਂ ਜੋ ਅਸੀਂ ਆਪਣੇ ਪਰਿਵਾਰ ਦਾ
ਤਾਂ ਸਾਡੇ ਵਾਲੇ ਸਮਾਜ ਦੇ 'ਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕੀਏ। ਉਹ ਸਟੇਟਸ ਜਿਹੜਾ ਹੈਗਾ ਫ੍ਰੀ ਬਿਲਕੁਲ ਟੈਸਟ ਹੈਗਾ। 6 ਸਾਡੇ ਸੈਂਟਰ ਬਣਾਏ ਗਏ ਨੇ, ਜੋ ਜਿਹੜੇ ਬਰਨਾਲੇ ਨੂੰ ਬਿਲੋਂਗ ਕਰਨ, ਸਾਡੇ ਬਰਨਾਲੇ ਹਸਪਤਾਲ 'ਚ ਆ ਕੇ ਸਾਡੇ ਕਿਸੇ ਵੀ ਮਹਿਕਮੇ ਦੇ ਵਰਕਰ ਨਾਲ ਜਾਂ ਸਿਹਤ ਮੁਲਾਜ਼ਮ ਨਾਲ ਸੰਪਰਕ ਕਰਕੇ ਆਪਣਾ ਜਿਹੜਾ ਸਟੇਟਸ ਜਿਹੜਾ ਹੈਗਾ ਵੀ ਕੋਵਿਡ ਦਾ ਉਹ ਟੈਸਟ ਕਰਵਾ ਸਕਦੇ ਨੇ। ਜਿਹੜੀ ਲੋਕਾਂ 'ਚ ਇਹ ਧਾਰਨਾ ਪਾਈ ਜਾਂਦੀ ਸੀ ਉੱਥੇ ਬੰਨ੍ਹ ਕੇ ਰੱਖ ਲੈਂਦੇ ਨੇ ਜਾਂ ਇਹ ਲੰਮਾ ਪ੍ਰੋਸੈਸ ਆ ਜਾਂ ਸਾਡਾ ਕੋਈ ਹੋਰ ਇਸ ਤਰ੍ਹਾਂ, ਇਹ ਬਿਲਕੁਲ ਗਲਤ ਹੈਗਾ। ਕਿਉਂਕਿ ਅੱਜ ਕੱਲ੍ਹ ਮੀਡੀਆ ਜ਼ਮਾਨਾ ਹੋਣ ਕਰਕੇ ਕੋਈ ਚੀਜ਼ਾਂ ਮੋਬਾਈਲ 'ਤੇ ਗਲਤ ਆ ਜਾਂਦੀਆਂ ਨੇ, ਪਰ ਇਹ 'ਚ ਮੈਂ ਬਿਲਕੁਲ ਇਹ ਸਪਸ਼ਟ ਕਰਦਾ ਕਿ ਆਪਣਾ ਟੈਸਟ ਕਰਵਾ ਕੇ ਅਸੀਂ ਸਾਰੇ ਕਰਵਾਉਂਦੇ ਹਾਂ। ਵਾਰ-ਵਾਰ ਟੈਸਟ ਕਰਵਾ ਕੇ ਆਪਾਂ ਆਪਣਾ ਜਿਹੜਾ ਕੰਮਕਾਰ ਹੈਗਾ, ਜਿੱਥੇ ਵੀ ਅਸੀਂ ਕੰਮਕਾਰ ਕਰਦੇ ਹਾਂ ਉੱਥੇ ਆਪਾਂ ਈਜ਼ੀਲੀ ਕੰਮ ਕਰ ਸਕਦੇ ਹਾਂ ਅਤੇ ਇਸ ਨੂੰ ਸਮਾਜ ਦੇ ਵਿੱਚ ਵਰਤਣ ਤੋਂ ਆਪਾਂ ਰੋਕ ਸਕਦੇ ਹਾਂਗੇ। ਅਤੇ ਹੁਣ ਵੀ ਸਾਡੇ ਲੈਵਲ 2 ਦੇ ਵਿੱਚ ਆਈਸੋਲੇਸ਼ਨ ਫੈਸਿਲਿਟੀ ਜਿਹੜੀ ਮਹਿਲ ਕਲਾਂ ਚੱਲ ਰਹੀ ਆ, ਜਿੱਥੇ ਕਿ ਜਿਹੜੇ ਮਰੀਜ਼ ਇਸ ਤੋਂ ਪ੍ਰਭਾਵਿਤ ਆ ਜਾਂਦੇ ਨੇ ਉਹਨਾਂ ਨੂੰ ਬਹੁਤ ਚੰਗੀ ਕੇਅਰ ਨਾਲ ਰੱਖਿਆ ਜਾਂਦਾ, ਉਹਨਾਂ ਦੇ ਖਾਣ ਪੀਣ ਦਾ, ਸਾਫ਼ ਸਫਾਈ ਦਾ ਅਤੇ ਹੋਰ ਪਰਿਵਾਰ ਦੇ ਮੈਂਬਰਾਂ ਨਾਲ ਰਾਬਤਾ ਕਰਕੇ ਉਹਨੂੰ 14 ਦਿਨ ਤੋਂ ਬਾਅਦ ਜਦੋਂ ਕਵਰ ਹੋ ਜਾਂਦੇ ਨੇ ਉਹਨੂੰ ਅਸੀਂ ਈਜ਼ੀਲੀ ਘਰੇ ਭੇਜ ਦਿੰਦੇ ਹਾਂ ਤਾਂ ਜੋ ਅਸੀਂ ਇਹਨੂੰ ਬਿਮਾਰੀ ਨੂੰ ਅੱਗੇ ਨਾ ਲੈ ਜਾ ਸਕੀਏ। ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕਿਤੇ ਕੋਈ ਸ਼ੱਕੀ ਮਰੀਜ਼ ਜਾਂ ਜਿਸ ਤਰ੍ਹਾਂ ਨੂੰ ਲੱਗਦਾ ਵੀ ਸਾਨੂੰ ਇਹ ਬਿਮਾਰੀ ਹੋ ਸਕਦੀ ਆ ਤਾਂ ਉਹ ਟੈਸਟ ਕਰਵਾ ਕੇ ਅਤੇ ਸਿਹਤ ਵਿਭਾਗ ਦੇ ਕਿਸੇ ਵੀ ਮੁਲਾਜ਼ਮ ਨਾਲ ਵਰਕਰ ਨਾਲ ਰਾਬਤਾ ਕਾਇਮ ਕਰਕੇ ਇਸ ਬਿਮਾਰੀ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ। ਮੈਂ ਫਿਰ ਇੱਕ ਵਾਰ ਫਿਰ ਬਰਨਾਲਾ ਵਾਸੀਆਂ ਦਾ ਸਹਿਯੋਗ ਕਰਦਾ ਕਿ ਉਹ ਪ੍ਰਸ਼ਾਸਨ ਨੂੰ ਅਤੇ ਸਾਡੇ ਸਿਹਤ ਵਿਭਾਗ ਨੂੰ ਖਾਸ ਕਰਕੇ ਸਹਿਯੋਗ ਦੇਣ ਅਤੇ ਟੈਸਟਿੰਗ ਕਰਵਾ ਕੇ, ਸੈਂਪਲਿੰਗ ਕਰਵਾ ਕੇ ਇਹਦੀ ਅਤੇ ਆਪਸ ਵਿੱਚ ਡਿਸਟੈਂਸ ਰੱਖ ਕੇ, ਚਾਹੇ ਮੰਡੀਆਂ ਦੀ ਗੱਲ ਆ ਗਈ, ਚਾਹੇ ਖੇਤਾਂ 'ਚ ਕੰਮ ਕਰਨ ਦੀ ਜਾਂ ਮਜ਼ਦੂਰ ਉਸਾਰੀ ਦੇ ਕੰਮਾਂ 'ਚ ਲੱਗੇ ਹੋਏ ਨੇ, ਹੋਰ ਤਿਉਹਾਰਾਂ ਦੇ ਮੌਕੇ ਸਾਰੀ ਜਗ੍ਹਾ 'ਤੇ ਆਪਾਂ ਜੇ ਮਾਸਕ ਬੰਨ੍ਹ ਕੇ ਰੱਖਾਂਗੇ, ਵਾਰ-ਵਾਰ ਸਾਬਣ ਨਾਲ ਸੈਨੀਟਾਈਜ਼ਰ ਹੱਥ ਧੋਵਾਂਗੇ ਤਾਂ ਇਸ ਤੋਂ ਅਸੀਂ ਬਚ ਸਕਦੇ ਹਾਂ। ਆਉਣ ਵਾਲੇ ਸਮੇਂ 'ਚ ਜਿਵੇਂ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਉਸ ਹਿਸਾਬ ਨੂੰ ਫੋਲੋ ਕਰਕੇ ਅਸੀਂ ਇਸ ਜੰਗ ਨੂੰ ਬਿਲਕੁਲ ਪੂਰੀ ਤਰ੍ਹਾਂ ਸਫਲ ਹੋ ਕੇ ਇਹਦੇ 'ਚੋਂ ਫਤਿਹ ਪਾਵਾਂਗੇ। ਧੰਨਵਾਦ। एक और सवाल पूछा है अभी फेसबुक लाइव सेशन पे कि कोविड मॉनिटर की हैं। कोविड मॉनिटर ਉਹ ਪਰਸਨ ਹੋਣਗੇ ਜੇ ਰਿਸਪੌਂਸਿਬਿਲਿਟੀ ਜਿਨ੍ਹਾਂ ਦੀ ਰਿਸਪੌਂਸਿਬਿਲਿਟੀ ਹੋਊਗੀ ਜਿਹੜੀ ਕੋਰੋਨਾ ਵਾਇਰਸ ਦੀ ਗਾਈਡਲਾਈਨਸ ਹੈ ਉਹ ਇੰਪਲੀਮੈਂਟ ਕਰੇ, ਜਿਵੇਂ ਕਿ ਆਇਲਸ ਕੋਚਿੰਗ ਇੰਸਟੀਚਿਊਟ ਹੋ ਗਏ, ਰੈਸਟੋਰੈਂਟਸ ਹੋ ਗਏ, ਮੈਰਿਜ ਪੈਲੇਸ ਹੋ ਗਏ, ਸਕੂਲਸ ਹੋ ਗਏ, ਕੋਚਿੰਗ ਇੰਸਟੀਚਿਊਟ ਹੋ ਗਏ ਜਾਂ ਰਾਮਲੀਲਾ ਫੰਕਸ਼ਨ ਆਰਗੇਨਾਈਜ਼ ਕਰਨ ਵਾਲੇ ਹੋ ਗਏ। ਉਹ ਕੀ ਕਰਨਗੇ, ਜਦੋਂ ਸਾਡੇ ਤੋਂ ਪਰਮਿਸ਼ਨ ਲੈਣਗੇ ਤਾਂ ਉਹ ਇੱਕ ਆਪਦਾ ਪਰਸਨ ਅਪਾਇੰਟ ਕਰਕੇ ਸਾਨੂੰ ਦੇਣਗੇ। ਉਹ ਕੋਵਿਡ ਮੋਨੀਟਰ, ਉਹਨੂੰ ਅਸੀਂ ਕੋਵਿਡ ਮੋਨੀਟਰ ਕਹਿਣਗੇ, ਉਹਦਾ ਨਾਮ ਨੰਬਰ ਸਾਡੇ ਕੋਲ ਹੋਊਗਾ। ਉਹਦੀ ਰਿਸਪੌਂਸਿਬਿਲਿਟੀ ਹੋਏਗੀ ਕਿ ਜਿਹੜੀ ਵੀ ਕੋਰੋਨਾ ਵਾਇਰਸ ਦੀ ਗਾਈਡਲਾਈਨਸ ਹੈ ਉਹ ਪੂਰੀ ਉੱਧਰ ਢੰਗ ਨਾਲ ਇੰਪਲੀਮੈਂਟ ਕੀਤੀ ਜਾਵੇ। ਸੋਸ਼ਲ ਡਿਸਟੈਂਸਿੰਗ ਦੀ, ਮਾਸਕ ਪਾਉਣ ਦੀ, ਉਹ ਸਾਰੀ ਉੱਥੇ ਇੰਪਲੀਮੈਂਟ ਕਰਨਗੇ। ਬਸ ਔਰ ਕੋਈ ਸਵਾਲ ਨਹੀਂ ਹੈ। ਹੁਣ ਮੈਂ ਸਰ ਨੂੰ ਇੱਕ ਵਾਰੀ ਰਿਕੁਐਸਟ ਕਰੂੰਗਾ ਕਿ ਤੁਹਾਨੂੰ ਫਾਈਨਲ ਕੰਕਲੂਡਿੰਗ ਵਰਡਸ ਕਹਿਣਗੇ ਸਰ। ਮੈਂ ਅਖੀਰ ਵਿੱਚ ਇੱਕ ਵਾਰੀ ਫਿਰ ਬਰਨਾਲਾ ਵਾਸੀਆਂ ਨੂੰ ਅਪੀਲ ਕਰਨਾ ਚਾਹੂੰਗਾ, ਜਿਵੇਂ ਉਹ ਕਹਾਵਤ ਹੈ ਕਿ ਸਾਵਧਾਨੀ ਹਟੀ ਔਰ ਦੁਰਘਟਨਾ ਘਟੀ। ਤੋ ਹੁਣ ਆਪਾਂ ਨੂੰ ਸਾਰਿਆਂ ਨੂੰ ਇਹ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਸਾਵਧਾਨ ਰਹੀਏ। ਬੇਸ਼ੱਕ ਆਪਣੇ ਕੇਸ ਘਟਣ ਲੱਗੇ ਹਨ, ਪਰ ਸਭ ਤੋਂ ਜ਼ਰੂਰੀ ਹੈ ਕਿਉਂਕਿ ਹੁਣ ਆਪਣਾ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ। ਬਾਕੀ ਮੈਂ ਪਰਾਲੀ ਬਾਰੇ ਵੀ ਗੱਲ ਕੀਤੀ ਹੈ। ਤੋ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਆਪਣਾ ਪਰਹੇਜ਼ ਰੱਖੀਏ, ਆਪਣਾ ਮਾਸਕ ਪਾ ਕੇ ਰੱਖੀਏ, ਜ਼ਰੂਰੀ ਹੱਥ ਧੋਂਦੇ ਰਹੀਏ ਅਤੇ ਆਪਣੀ ਜਿਹੜੀ ਸੋਸ਼ਲ ਡਿਸਟੈਂਸ 6 ਫੁੱਟ ਇੱਕ ਦੂਸਰੇ ਤੋਂ ਆਪਾਂ ਰਹੀਏ, ਜਿੰਨੀ ਦੂਰ ਆਪਾਂ ਰਹਿ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਦਾ ਜੇ ਆਪਾਂ ਪਰਹੇਜ਼ ਕਰਾਂਗੇ, ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਪਹਿਲਾਂ ਵੀ ਜਿੱਤ ਪ੍ਰਾਪਤ ਕੀਤੀ ਹੈ। ਕਾਫੀ ਜ਼ਿਲ੍ਹਿਆਂ ਨਾਲੋਂ ਅਸੀਂ ਸਾਡੀ ਜਿਹੜੀ ਬਰਨਾਲੇ ਦੀ ਪਰਫੋਰਮੈਂਸ ਹੈ ਬਹੁਤ ਵਧੀਆ ਰਹੀ ਹੈ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਵਿੱਚ ਸਾਡਾ ਪੂਰਾ ਸਹਿਯੋਗ ਦੇਵੋਗੇ। ਸਰਕਾਰ ਤੁਹਾਡੇ ਨਾਲ ਪੂਰੀ ਖੜ੍ਹੀ ਹੈ। ਐਡਮਿਨਿਸਟ੍ਰੇਸ਼ਨ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਤਕਲੀਫ ਹੈ, ਤੁਸੀਂ ਸਾਨੂੰ ਸਿੱਧਾ ਟੈਲੀਫੋਨ ਕਰ ਸਕਦੇ ਹੋ। ਚਾਹੇ ਤੁਸੀਂ ਮੈਨੂੰ ਸਿੱਧਾ ਟੈਲੀਫੋਨ ਕਰ ਲਓ, ਏਡੀ ਸਾਹਿਬ ਨੂੰ ਕਰ ਲਓ, ਸਾਡਾ ਇੱਥੇ ਕੰਟਰੋਲ ਰੂਮ ਹੈ, ਉੱਥੇ ਤੁਸੀਂ ਸਾਨੂੰ ਕੋਈ ਦਿੱਕਤ ਹੈ ਉੱਥੇ ਟੈਲੀਫੋਨ ਕਰ ਲਓ। ਸੋ ਅਸੀਂ ਤੁਹਾਨੂੰ ਇਹ ਆਸ਼ਵਾਸਨ ਦਿਲਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਪੂਰੀ ਵੀ ਜੋ ਵੀ ਤੁਹਾਨੂੰ ਮਦਦ ਦੀ ਲੋੜ ਹੈ ਉਹ ਦਿੱਤੀ ਜਾਵੇਗੀ, ਪਰ ਤੁਹਾਡੇ ਇਸ ਟਾਈਮ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਧੰਨਵਾਦ।